given a numerical 28 which is 2 charges 4 microcoulomb are placed at -3 and +3 centimeter respectively in an external field which is given by 9 into 10 raised to power 6 by r square. Find energy of the system. ਉੱਥੇ ਇੰਨੀ ਚੀਜ਼ ਕਹੀ ਸੀਗੀ ਕਿ ਜੇ ਤੁਹਾਡੇ ਚਾਰजेस ਐਕਸਟਰਨਲ ਫੀਲਡ ਵਿੱਚ ਨਹੀਂ ਪਏ ਤੇ ਫਿਰ ਅਸੀਂ ਜਦੋਂ ਪੋਟੈਂਸ਼ੀਅਲ એનર્ਜੀ ਕੱਢਦੇ ਆ ਉਹ ਬਿਟਵੀਨ ਦਾ 2 ਚਾਰਜ ਆਂਦੀ ਹੈ। ਆਪਾਂ ਕਹਿੰਦੇ ਕਿ ਜੇ ਚਾਰजेस ਮੇਰੇ ਐਕਸਟਰਨਲ ਫੀਲਡ ਵਿੱਚ ਪਏ ਆ ਯਾਨੀ ਇਸ ਰੀਜਨ ਦੇ ਅੰਦਰ ਤੁਸੀਂ ਫੀਲਡ ਅਪਲਾਈ ਕੀਤਾ ਹੋਇਆ ਠੀਕ ਹੈ ਔਰ ਇਸ ਫੀਲਡ ਦੇ ਅੰਦਰ ਮੇਰੇ ਕੋਲ ਦੋ ਚਾਰਜ ਪਏ ਨੇ ओरिजिन तो एक दा डिस्टेंस -300 ਤੇ ਇੱਕ ਦਾ ਡਿਸਟੈਂਸ ਮੇਰੇ ਕੋਲ +300 ਗਿਓ ਠੀਕ ਹੈ ਜੀ ਤੇ ਜਿਹੜੇ ਦੋਨੋਂ ਚਾਰजेस ਨੇ 4 ਮਾਈਕਰੋਕੂਲਮ ਈਚ ਦੋਨੋਂ ਚਾਰजेस ਦੀ ਸਟਰੈਂਥ 4 ਮਾਈਕਰੋਕੂਲਮ ਈਚ ਤੇ ਉਹਨੇ ਕਿਹਾ ਸੀ ਟੋਟਲ ਪੋਟੈਂਸ਼ੀਅਲ એનર્ਜੀ ਕੱਢੋ। ਆਪਾਂ ਇਹ ਕਿਹਾ ਸੀਗਾ ਜੇ ਐਕਸਟਰਨਲ ਫੀਲਡ ਨਾ ਹੋਵੇ ਫਿਰ ਸਿਰਫ ਆਪਣੇ ਪੋਟੈਂਸ਼ੀਅਲ એનર્ਜੀ ਦਾ ਫਾਰਮੂਲਾ ਇੰਨਾ ਲੱਗ ਜਾਂਦਾ फिर पोटेंशियल एनर्जी का फार्मूला जेड़ा होएगा वो सिर्फ आ लगदा k q1 q2 r12 ਇਹ ਗੱਲਾਂ ਉਦੋਂ ਜੇ ਮੇਰੇ ਕੋਲ ਐਸ ਸੱਚ ਐਕਸਟਰਨਲ ਫੀਲਡ 0 ਆ ਤੇ ਜੇ ਐਕਸਟਰਨਲ ਫੀਲਡ ਅਪਲਾਈਡ ਆ ਫਿਰ ਜਦੋਂ ਸਿਸਟਮ ਤੁਸੀਂ ਕਿਹਾ ਸੀ ਪਹਿਲਾ ਚਾਰਜ ਆਏਗਾ ਇਹਦੇ ਲਈ ਵੀ ਵਰਕ ਆਏਗਾ ਜਿਹਦੀ ਵੈਲਿਊ ਅਸੀਂ q1 v ਡਿਫਾਈਨ ਕੀਤੀ ਦੂਜੇ ਚਾਰਜ ਲਈ ਵੀ ਵਰਕ ਹੋਏਗਾ ਜਿਹਦੀ ਵੈਲਿਊ q2 v ਡਿਫਾइन ਕੀਤੀ प्लस बिटवीन द टू चार्जेस आउट। क्या आ चीज क्लियर हो रही? यस सर। हां जी सर। ये जो सिर्फ v बनाना सी ਆਪਾਂ v ਬਣਾਉਣ ਵਾਸਤੇ ਆਪਾਂ ਡਿਫਾਈਨ ਕੀਤਾ ਸੀਗਾ ਕਿ ਇਲੈਕਟ੍ਰਿਕ ਫੀਲਡ ਦਾ ਫਾਰਮੂਲਾ ਆਪਣੇ ਕੋਲ v/r ਆ ਗਿਆ ਤੇ ਦੂਜੇ ਪਾਸੇ ਇਲੈਕਟ੍ਰਿਕ ਫੀਲਡ ਦੀ ਵੈਲਿਊ 9 10 रेज़ टू पावर 6/r²। ठीक है दोनों चीਜ਼ਾਂ इक्वेट कर लवां ਤੇ therefore v ਦਾ ਫਾਰਮੂਲਾ 9 10 raised to power 6 by r ਇੱਥੇ r ਜੇ ਕਰੀਏ ਤੇ r ਦੀ ਵੈਲਿਊ origin ਤੋਂ ਇੰਡੀਵਿਜੂਅਲ ਚਾਰਜ ਦਾ ਡਿਸਟੈਂਸ ਆ ਯਾਨੀ r ਦੀ ਵੈਲਿਊ ਤੁਹਾਡੀ 3 ਸੈਂਟੀਮੀਟਰ ਤੇ r12 ਜਿਹੜਾ ਹੈਗਾ ਬਿਟਵੀਨ ਦਾ ਟੂ ਚਾਰजेस ਉਹਦੀ ਵੈਲਿਊ ਚਾਰਜ ਤੋਂ ਲੈ ਕੇ ਚਾਰਜ ਤੱਕ ਮੇਰੇ ਕੋਲ ਜਿਹੜੀ 6 ਸੈਂਟੀਮੀਟਰ ਆ ਦੋਨੋਂ ਵੈਲਿਊਜ਼ ਲੈ ਕੇ ਠੀਕ ਹੈ ਜੀ ਇੱਥੇ ਸਬਸਟੀਟਿਊਟ ਕਰ ਲਓ ਤੇ ਆਪਣਾ ਫਾਰਮੂਲਾ ਬਣ ਜਾਣਾ u q1 9 10 raised to power 6 by r plus q2 9 10 raised to power 6 by r plus k q1 q2 over r12 यानी आ मेरा फाइनल फार्मूला ਇਹਦੇ ਵਿੱਚ ਤੁਸੀਂ ਆਪਣੀ ਵੇਰੀਏਬਲ ਸਬਸਟੀਟਿਊਟ ਕਰ ਲਓ। क्या इतना क्लियर? यस सर। यस सर। वीडियो पे साउंड क्या दोनों क्लियर है? यस सर। यस सर। यस सर। यस सर। ओके तो बुद्ध स्माइल तेरे बेटा डिस्टरबेंस है कि तू अपने अलग पास चेक करेंगी बेटे। चलो 28th न्यूमेरिकल सॉरी ये 28 से का 29th न्यूमेरिकल 29th numerical अपने को गिवन सेगा an electron is fired directly towards the center of a large metal plate that has excess negative charge with surface charge density -2 into 10 raised to power -6 coulomb per meter square. If initial kinetic energy of electron is 100 electron volt and if it is to stop due to repulsion just as it reach the plate then how far from the plate must it be fired? उत जे स्टेटमेंट ਦਾ ਮਤਲਬ ਕੱਢੀਏ ਤੇ ਉਹਨੇ ਆਪਣੇ ਕੁਐਸਚਨ ਇਹ ਕਿਹਾ ਵਾ ਕਿ ਇੱਕ ਮੈਟਲ ਪਲੇਟ ਗਿਵਨ ਆ ਆਪਣੇ ਕੋਲ ਇੱਕ ਮੈਟਲ ਪਲੇਟ ਗਿਵਨ ਆ ਔਰ ਇਸ ਮੈਟਲ ਪਲੇਟ ਨੂੰ ਤੁਸੀਂ ਨੈਗੇਟਿਵਲੀ ਚਾਰਜ ਕੀਤਾ ਹੋਇਆ ਇਹਦਾ ਮੈਟਲ ਪਲੇਟ ਨੈਗੇਟਿਵਲੀ ਚਾਰਜ ਇਸ ਨੈਗੇਟਿਵਲੀ ਚਾਰਜ ਮੈਟਲ ਪਲੇਟ ਵੱਲ ਤੁਸੀਂ ਇੱਥੋਂ ਇੱਕ ਇਲੈਕਟ੍ਰੋਨ ਜਿਹੜਾ ਉਹ ਫਾਇਰ ਕੀਤਾ ਇਹਨੇ ਮੈਂ ਤੋਂ ਇੱਕ ਇਲੈਕਟ੍ਰੋਨ ਥਰੋ ਕੀਤਾ ਤੇ ਜਦੋਂ ਸਟਾਰਟਿੰਗ ਚ ਇਹਨੂੰ ਮੈਂ ਥਰੋ ਕੀਤਾ ਇਹਦੀ એનર્ਜੀ 100 ਇਲੈਕਟ੍ਰੋਨ ਵੋਲਟ ਆ ਆਪਣੀ ਉਸ એનર્ਜੀ ਨਾਲ ਇਹ ਇਲੈਕਟ੍ਰੋਨ ਫਾਰਵਰਡ ਡਾਇਰੈਕਸ਼ਨ ਚ ਮੂਵ ਕਰਨਾ ਸ਼ੁਰੂ ਹੋਇਆ ਪਰ ਇਹਦੀ ਰਿਪਲਸ਼ਨ ਦੇ ਅਗੇਂਸਟ ਠੀਕ ਹੈ ਜੀ ਉਹਨੇ ਐਸਾ ਜਦੋਂ ਅੱਗੇ ਨੂੰ ਜਾਣਾ ਠੀਕ ਹੈ ਤੇ ਉਹਦੀ ਸਪੀਡ ਘਟਦੀ ਜਾਣੀ ਇੱਕ ਪੋਜੀਸ਼ਨ ਲੈਟ ਮੀ ਇਟ ਬੀ ਕਹਿੰਦਾ ਜੋ ਕਹਿੰਦਾ ਜਸਟ ਇਟ ਰੀਚ ਦਾ ਪਲੇਟ
ਇਹਦਾ ਮਤਲਬ ਇਲੈਕਟ੍ਰੋਨ ਇਥੋਂ s ਕਿਲੋਮੀਟਰ ਜਾਂ s ਮੀਟਰ ਡਿਸਟੈਂਸ ਕਵਰ ਕਰਕੇ ਜਸਟ ਪਲੇਟ ਤੇ ਪਹੁੰਚਿਆ ਤੇ ਉਹਨੇ ਪੁੱਛਿਆ ਦੱਸੋ s ਚ ਆ ਡਿਸਟੈਂਸ ਕਿੰਨਾ ਹੋਏਗਾ। ਕਿਹੜੇ ਬਿਨਾ ਸੋਚੀ ਆਪਾਂ ਇਸ ਨੂਮੈਰੀਕਲ ਨੂੰ ਜੇ ਅਟੈਂਪਟ ਕਰਨਾ ਪਏ बोलेगा कोई है ना। आवाज आ रही है? यस सर। ਉਹਨੇ ਆਪਾਂ ਨੂੰ ਬੱਚੇ ਆ ਕਿਹਾ ਵਾ ਕਿ ਤੁਸੀਂ ਇੱਥੋਂ ਇੱਕ ਇਲੈਕਟ੍ਰੋਨ ਫਾਇਰ ਕਰੋ, ਠੀਕ ਹੈ, ਜਦੋਂ ਇਲੈਕਟ੍ਰੋਨ ਥਰੋ ਕਰਾਂਗਾ ਤੇ ਇਹਨੂੰ ਸਟਾਰਟਿੰਗ એનર્ਜੀ 100 ਇਲੈਕਟ੍ਰੋਨ ਵੋਲਟ ਦਿੱਤੀ ਹੈ, ਉਨੀ એનર્ਜੀ ਨਾਲ ਇਹ ਇਲੈਕਟ੍ਰੋਨ ਜਿਹੜਾ ਵਾ ਫਾਰਵਰਡ ਮੂਵ ਕਰਦਾ ਗਿਆ ਤੇ ਪਲੇਟ ਕੋ ਜਸਟ ਪਹੁੰਚ ਕੇ ਕਹਿੰਦਾ ਜੀ ਰੁਕ ਗਿਆ। ਉਹਨੇ ਪੁੱਛਿਆ ਦੱਸੋ ਇਲੈਕਟ੍ਰੋਨ ਨੇ ਕਿੰਨਾ ਡਿਸਟੈਂਸ ਟਰੈਵਲ ਕੀਤਾ। ਆਪਾਂ ਕੀ ਕਨਸੈਪਟ ਲਈਏ ਜਿੰਨਾ ਇਸ ਨੂੰ ਸੋਲਵ ਕਰੀਏ ਆਪਾਂ? ਜਸਦੀਪ ਚਲੋ ਮਨਨ ਬੋਲੋ सर वर्क एनर्जी थ्योरम तो ਬਿਲਕੁਲ ਬੱਚੇ ਇੱਕ ਚੀਜ਼ ਦਿਮਾਗ 'ਚ ਆਣੀ ਚਾਹੀਦੀ, ਜਦੋਂ ਮੈਂ ਇੱਥੋਂ ਕਿਸੇ ਚੀਜ਼ ਨੂੰ ਥਰੋ ਕਰਾਂਗਾ ਮੈਂ ਇਹਨੂੰ એનર્ਜੀ ਕਿਹੜੀ ਫਾਰਮ 'ਚ ਦਵਾਂਗਾ? काइनेटिक। ਜਿਹੜੀ ਮੈਂ ਕਾਈਨੈਟਿਕ એનર્ਜੀ ਦਿੱਤੀ, ਜੇ ਇਲੈਕਟ੍ਰੋਨ ਇਸ ਪਲੇਟ ਦੇ ਕੋਲ ਜਾ ਕੇ ਰੁਕ ਗਿਆ ਤੇ ਇਸ ਨਾਲ ਮੇਰੀ ਕਾਈਨੈਟਿਕ એનર્ਜੀ ਕੰਜ਼ਿਊਮ ਹੋਗੀ। यस सर। यस सर। ਕਾਈਨੈਟਿਕ એનર્ਜੀ ਸੀਗੀ ਉਹ ਕਿੱਥੇ ਗਈ? ਕਾਈਨੈਟਿਕ એનર્ਜੀ ਕਿਹੜੇ ਕੰਮ 'ਚ ਲੱਗੀ? रिपल्सिव फोर्स को रिपल्शन ਦੇ ਅਗੇਂਸਟ ਸਰ। ਫੋਰਸ ਦੇ ਅਗੇਂਸਟ ਵਰਕ ਕਰਨ ਵਾਸਤੇ। ਇਹਦਾ ਮਤਲਬ ਜਿੰਨੀ ਇਹਦੀ ਕਾਈਨੈਟਿਕ એનર્ਜੀ ਆ ਉਹ ਮੇਰੀ ਵਰਕ ਡਨ ਬਣ ਗਈ। ਤੇ ਆਪਾਂ ਜੇ ਇੱਥੇ ਲਿਖ ਕੇ ਚੱਲੀਏ ਤੇ ਅਕੋਰਡਿੰਗ ਟੂ ਕੁਐਸਚਨ ਆਪਣੀ ਜਿਹੜੀ ਕੰਡੀਸ਼ਨ ਆ ਉਹ ਇਹ ਹੋਏਗੀ ਚੇਂਜ ਇਨ ਕਾਈਨੈਟਿਕ એનર્ਜੀ, change in kinetic energy equal to work done against repulsion। repulsion ਦੇ against ਜਿੰਨਾ work ਹੋਇਆ ਹੈ ਨਾ ਉਹਦੇ ਨਾਲ kinetic energy equate ਕਰ ਦੋ। initial kinetic energy half mu square ਹੋਗੀ, final kinetic energy 0 ਹੋ ਗਈ। ਇਹਦਾ ਮਤਲਬ ਮੇਰੀ change in kinetic energy ਲਿਖਾਂ ਤੇ half mu square minus 0। ਮੈਂ final minus initial नहीं लिखी, ठीक है, इनिशियल माइनस फाइनल इसलिए लिख रही क्योंकि नेगेटिव आना नहीं था, नेगेटिव नहीं चाहिए सानू किसी भी थां ते, इसलिए ਆਪਾਂ इनिशियल माइनस फाइनल लिख ਲਈ। और दूजे पासे वर्क डन ਹੁੰਦਾ फोर्स इनटू डिस्टेंस। ਹੁਣ ਜਿਹੜੀ ਚੀਜ਼ ਆਪਣੇ ਕੁਐਸਚਨ 'ਚ ਗਿਵਨ ਹੈ ਨਾ, ਆਪਣੇ ਕੋਲ ਐਸਐਚ 네ਗੇਟਿਵ ਪਲੇਟ ਦੀ ਚਾਰਜ ਡੈਂਸਿਟੀ ਗਿਵਨ, ਯਾਨੀ ਇਸ ਪਲੇਟ ਦੀ ਬੇਟਾ ਮੇਰੇ ਕੋਲ ਸਿਗਮਾ ਦੀ ਵੈਲਿਊ ਹੈਗੀ ਤੇ ਸਿਗਮਾ ਮੇਰੇ ਕੁਐਸਚਨ 'ਚ ਗਿਵਨ ਆ -2 into 10 raised to power -6 कूलम पर मीटर स्क्वायर। ਹੁਣ ਕਿ ਸਰ ਇਹਨਾਂ ਦੱਸੋਗੇ ਕਿ ਵੀ ਗਿਵਨ ਮੈਨੂੰ ਚਾਰਜ ਡੈਂਸਿਟੀ ਆ ਹਨਾ, ਕੱਢਣਾ ਮੈਂ ਡਿਸਟੈਂਸ ਆ, ਫੋਰਸ ਕਿੱਥੋਂ ਬਣਾਵਾਂ? ਸਿਗਮਾ ਗਿਵਨ ਆ, ਐਫ ਚਾਹੀਦਾ ਵਾ, ਦੋਨੋਂ ਚੀਜ਼ਾਂ ਕਿੱਦਾਂ ਰਿਲੇਟ ਹੋਣਗੀਆਂ? सर क्यू ਦੀ ਵੈਲਿਊ ਯੂਜ਼ ਕਰਾਂ। बोलो एफ ਨੂੰ ਕਿੰਨਾ ਰਿਪਲੇਸ ਕਰ ਦਈਏ? ਟੇਕ ਨਹੀਂ ਸਰ ਕਿਊ ਦੀ ਵੈਲਿਊ ਕੱਢ ਲਾਂਗੇ ਸਰ ਲੈਮਡਾ ਦੀ ਫਾਰਮ ਦੇ ਵਿੱਚ। सर एफ ਨੂੰ ਜਿਹੜੀ ਆਪਾਂ ਦਿੱਤੀ ਹੋਈ ਕਾਈਨੈਟਿਕ એનર્ਜੀ ਹੋਈ ਉਹ ਰਿਪਲੇਸ ਕਰ ਦਿਓ। ਕੁਝ ਹੋਰ ਸੋਚੋ। ਸਿਗਮਾ ਤੱਕ ਜਾਣਾ, ਐਫ ਹੈਗਾ ਆਪਣੇ ਕੋਲ ਅਵੇਲੇਬਲ, ਐਫ ਨੂੰ ਸਿਗਮਾ ਚ ਕਿੱਦਾਂ ਲੈ ਕੇ ਚੱਲਾਂ? ਕੋਈ ਟੌਪਿਕ ਯਾਦ ਆਵੇ? ਆਪਾਂ ਸ਼ੀਟ ਵਾਲਾ ਟੌਪਿਕ ਕੀਤਾ ਸੀ, ਸ਼ਾਇਦ ਉਹਦਾ ਕੁਝ ਦਿਮਾਗ 'ਚ ਲੈ ਕੇ ਆਵੋ। नहीं बच्चे? Q into E ਦੀ ਫਾਰਮ ਚ ਲਿਖ ਕੇ ਬਿਲਕੁਲ ਲਿਖ ਸਕਦੇ। F ਨੂੰ ਅਸੀਂ Q into E ਲਿਖਦੇ ਨੇ। Q ਮੇਰਾ ਚਾਰਜ ਆਫ ਇਲੈਕਟ੍ਰੋਨ ਆ, ਇਹਦਾ ਮਤਲਬ F ਦੀ ਥਾਂ ਤੇ ਜਿਵੇਂ ਇੱਥੇ ਲਿਖਣਾ ਹੋਵੇ ਇਹਨੂੰ ਮੈਂ E into E ਲਿਖ ਦਿੰਦਾ। Q ਚਾਰਜ ਆਫ ਇਲੈਕਟ੍ਰੋਨ ਆ, ਚਾਰਜ ਆਫ ਇਲੈਕਟ੍ਰੋਨ ਨੂੰ ਆਪਾਂ E ਲਿਖ ਲਿਆ, ਠੀਕ ਹੈ ਜੀ। ਹੁਣ ਹੋਰ ਕੀ ਕਰੀਏ ਜਿੰਨਾ ਸਿਗਮਾ ਇੰਟਰੋਡਿਊਸ ਹੋ ਜੇ? ਕਿਹੜਾ ਇਹਨਾਂ ਚ ਕਰੀਏ ਭਲਾ ਸਿਗਮਾ ਦੀ ਫਾਰਮ ਚ ਆ ਸਕਦਾ? ਸਰ E ਨੂੰ ਲਿਖਦੇ ਆਪਾਂ ਸਿਗਮਾ ਬਾਈ ਐਪਸਾਈਲਨ ਦਾ ਕੀ ਆ ਸਕਦਾ? ਆਪਾਂ ਟੌਪਿਕ ਪੜਿਆ ਸੀਗਾ, ਇੱਕ ਸਿੰਗਲ ਥਿਨ ਸ਼ੀਟ ਗਿਵਨ ਹੋਵੇ, ਉਹਦੇ ਇਲੈਕਟ੍ਰਿਕ ਫੀਲਡ ਦਾ ਫਾਰਮੂਲਾ ਸਿਗਮਾ ਬਾਈ ਐਪਸਾਈਲਨ ਨੋਟ, ਸਿਗਮਾ ਬਾਈ 2 ਐਪਸਾਈਲਨ ਨੋਟ ਹੁੰਦਾ। क्या चेता जो बोलता पे? हाँ जी सर। यस सर। जे एक हम चलिए ते आपने को आ कंडीशन यूज हो जानी कि सिग्मा इक्वल टू सॉरी इलेक्ट्रिक फील्ड इक्वल टू सिग्मा बाय 2 एप्सिलॉन नॉट।
ਤੇ E ਦੀ ਪੁੱਤ ਆ ਵੈਲਿਊ ਤੇ ਪੁੱਟ ਕਰ ਲਓ, ਠੀਕ ਹੈ ਜੀ। ਤੇ ਆਪਣੇ ਕੋਲ ਰਿਜ਼ਲਟ ਬਣ ਗਿਆ ਹਾਫ mu ਸਕੁਅਰ ਓਵਰ E ਇਨਟੂ ਸਿਗਮਾ ਤੇ 2 ਐਪਸਾਈਲਨ ਨॉट ਉੱਪਰ ਆ ਜਾਏਗਾ ਇਕੁਅਲ ਟੂ S। ਆ ਬਣਿਆ ਜੀ ਮੇਰਾ ਫਾਰਮੂਲਾ, ਇਹਦੇ ਵਿੱਚੋਂ 2 ਮੇਰਾ ਕੈਂਸਲ ਹੋ ਜਾਣਾ, ਅਲਟੀਮੇਟ ਸਾਡੇ ਕੋਲ S ਦਾ ਫਾਰਮੂਲਾ ਆ ਗਿਆ mu ਸਕੁਅਰ ਇਨਟੂ ਐਪਸਾਈਲਨ ਨॉट ਓਵਰ ਸਿਗਮਾ ਇਨਟੂ E। ਤੇ ਜੇ ਇਸ ਫਾਰਮੂਲੇ ਦੇ ਸਾਰੇ ਵੇਰੀਏਬਲ ਲੈ ਕੇ ਚੱਲੀਏ, ਆਪਣੇ ਕੋਲ m ਜਿਹੜਾ ਵਾ ਮਾਸ ਆਫ ਇਲੈਕਟ੍ਰੋਨ ਆ, ठीक है। एक सेकंड अपने क्वेश्चन च 100 इलेक्ट्रॉन वोल्ट एनर्जी हैगी। एक चीज इनू करांगे बेटा, ठीक है। आज भी कटिंग इदी ना करो, इनू हाफ ना तुसी ऐसे च हाफ ला के रखो, हाफ लाई रखो। ओदा कारण ये होएगा आ पूरे दा पूरा हाफ mu स्क्वायर जेड़ा वा ये मेरी की बन जानी काइनेटिक अपने को इथे लिख के चलिए हाफ mu स्क्वायर इक्वल टू काइनेटिक एनर्जी। ਇਹਦੀ ਵੈਲਿਊ 100 ਇਲੈਕਟ੍ਰੋਨ ਵੋਲਟ ਆ, ਤੇ ਆਪਾਂ ਇਲੈਕਟ੍ਰੋਨ ਵੋਲਟ ਨੂੰ ਜਾਊਲ ਚ ਜ਼ਰੂਰ ਕਨਵਰਟ ਕਰ ਲਾਂਗੇ। 1 ਇਲੈਕਟ੍ਰੋਨ ਵੋਲਟ ਕਿੰਨਾ ਹੁੰਦਾ ਜੀ, ਜਾਊਲ ਚ ਚੇਂਜ ਕਰਨਾ ਇਲੈਕਟ੍ਰੋਨ ਵੋਲਟ ਨੂੰ ਕਨਵਰਜਨ 1.6 into 10 raised to power minus 19 joule। ਬਿਲਕੁਲ 1.6 into 10 raised to power minus 19 joule। ਸੋ ਆ ਪੂਰੇ ਦਾ ਪੂਰਾ ਹਾਫ mu ਸਕੁਅਰ ਦੀ ਵੈਲਿਊ ਆਪਣੇ ਕੋਲ ਹੈਗੀ ਆ, ਠੀਕ ਹੈ। ਐਪਸਾਈਲਨ ਨॉट ਦੀ ਸਟੈਂਡਰਡ ਵੈਲਿਊ ਕਿੰਨੀ ਹੋਗੀ, ਐਪਸਾਈਲਨ ਨॉट ਦੀ ਸਟੈਂਡਰਡ ਵੈਲਿਊ ਸੌਰਵ ਤੇ ਸੁਵੇਸ਼ ਬੋਲੋ ਦੋਨਾਂ ਚੋਂ ਕੋਈ ਹੈ ਨਾ, ਐਪਸਾਈਲਨ ਨॉट ਦੀ ਵੈਲਿਊ देख लो, स्टैंडर्ड कांस्टेंट आ तो वैल्यू भूल गई। बोल मनिंदर सर 8.85 into 10 raised to power minus 12। 8.85 into 10 raised to power minus 12 बिल्कुल ठीक है बेटा। सो एप्सिलॉन नॉट की स्टैंडर्ड वैल्यू नोन होएगी, सिग्मा अपने क्वेश्चन च गिवन हैगा ते चार्ज ऑफ इलेक्ट्रॉन दी वैल्यू अपन नु डिफाइन है, पता ओदी वैल्यू कितनी। सो आ सारे वेरिएबल पुट अप कर लो ते अपना डिस्टेंस आ जाएगा जी। Yes sir। Yes sir। ਇਸੇ ਤਰ੍ਹਾਂ ਦਾ ਹੀ ਨੈਕਸਟ ਨੂਮੈਰੀਕਲ ਵੀ ਸਿੱਖ ਤੁਹਾਡੇ ਕੋਲ 30th ਨੂਮੈਰੀਕਲ ਜਿਹੜਾ ਉਹ ਚੋਂ ਨੇ ਕੀ ਕਿਹਾ, ਹਿੰਟ ਦੇ ਕੇ ਛੱਡਾਂਗਾ। a particle of mass 5 into 10 raised to power minus 6 gram is kept over a large horizontal sheet of charge density 4 into 10 raised to power minus 6 coulomb per meter square। सुनो पहले एक बार ध्यान, what charge should be given to the particle so that if released it does not fall down? How many electron must be removed to give this charge? बेटा उन्हें क्वेश्चन में क्या किया, हाँ मेरे को एक शीट आ गई, इस शीट में मैं चार्ज किया हुआ है, यदि चार्ज डेंसिटी पॉजिटिव गिवन, मैंने उन्हें कहा जी इस तो ऊपर तुसी ऐसा एक चार्ज रखना, ठीक है। केड़ी नेचर दा चार्ज मैंने सप्लाई करा ते कितना चार्ज दवा, मतलब साइन भी दसूंगे ते वैल्यू भी, कितना चार्ज दवा ते केड़े पॉजिटिव नेगेटिव चार्ज दवा कि ये डाउनवर्ड फॉल ना करे। हुण जदों इहदे चार्ज पार्टिकल की गल करा, इहदा वेट होएगा, इहने वेट करके थल्ले जाना, ते जे इहनूं मैं फॉल करन तो रोकना वा ते इहदा मतलब इस शीट ते जिहड़ी नेचर दा चार्ज आ सेम उसे नेचर दा चार्ज इस चौक ते होना चाहिए। Yes sir। Yes sir। फिर करोगे ਇਹਦਾ ਮਤਲਬ ਇਸ ਸ਼ੀਟ ਦੀ ਚਾਰਜ ਦੇ ਉੱਤੇ ਰਿਪਲਸਿਵ ਫੋਰਸ ਤੇ ਇਹਦਾ weight ਜਿਹੜਾ ਵਾ ਉਹ ਆਪਸ ਵਿੱਚ ਬੈਲੈਂਸ ਹੋਣੇ ਚਾਹੀਦੇ। ਕਲੀਅਰ ਹੈ ਇਹ ਗੱਲ? यस सर। Yes sir। ਤੇ ਜਦੋਂ ਉਹ ਦੋ ਚੀਜ਼ਾਂ ਬੈਲੈਂਸ ਆ ਤੇ ਉਹਨੇ ਪੁੱਛਿਆ ਆਪਣੇ ਕੋਲ ਇਹ ਆ ਕਿ ਵੀ ਇਸ ਚਾਰਜ ਦੀ ਨੇਚਰ ਕੀ, ਤੇ ਸ਼ੀਟ ਜਿਹੜੀ ਆ ਉਹ ਤੇ ਪੋਜ਼ਿਟਿਵ ਚਾਰਜ ਡੈਂਸਿਟੀ ਆ, ਤੇ ਜੇ ਤੇ ਪੋਜ਼ਿਟਿਵ ਆ ਤੇ ਮਤਲਬ ਇਹਦੇ ਚਾਰਜ ਦਾ ਸਾਈਨ। ਅਮਨ ਮਾਈਕ ਬੰਦ ਕਰ, ठीक है। दूजा ਇਹਦੀ ਵੈਲਿਊ ਕੈਲਕੂਲੇਟ ਕਰਨੀ ਤੇ ਦੋ ਫੋਰਸਸ ਇਕੁਏਟ ਹੋ ਗਈਆਂ, ਇੱਕ weight ਦੇ ਕਰਕੇ ਜਿਹੜੀ ਫੋਰਸ ਆਈ ਤੇ ਦੂਜੀ F equal to QE। ਯਾਨੀ ਜੇ ਇਸ ਨੂਮੈਰੀਕਲ ਨੂੰ ਲਿਖੀਏ, ਠੀਕ ਹੈ 30th ਨੂੰ, ਤੇ ਅਕੋਰਡਿੰਗ ਟੂ ਕੁਐਸਚਨ ਆਪਣੀ ਕੰਡੀਸ਼ਨ ਹੋਏਗੀ ਇੱਕ ਸਾਈਡ ਤੇ F equal to mg ਤੇ ਇੱਕ ਪਾਸੇ F equal to QE। ਫਿਰ ਸੇਮ ਚੀਜ਼ ਆਏਗੀ, E ਨਹੀਂ ਹੈਗਾ ਦਿੱਤਾ ਹੋਇਆ, E ਨੂੰ ਤੁਸੀਂ ਐਸ ਸੱਚ ਆਹੀ ਸੇਮ ਫਾਰਮ ਦੇ ਸਕਦੇ ਹੋ ਸਿਗਮਾ ਬਾਈ 2 ਐਪਸਾਈਲਨ ਨॉट। ਇਹਦਾ ਜੇ ਤੋਂ ਮੈਂ ਚਾਰਜ ਕੱਢਣਾ ਵਾ ਤੇ ਮੇਰੀ ਵੈਲਿਊ ਆ ਗਈ mg ਓਵਰ E
यानी mg ओवर सिग्मा ऊपर आ जाएगा 2 एप्सिलॉन नॉट। क्या ये चीज क्लियर है? Yes, sir. Yes, sir. ਹੁਣ ਮਾਸ ਆਪਣੇ ਕੁਐਸਚਨ ਚ ਗਿਵਨ ਆ ਐਪਸਿਲਨ ਨॉट ਤੇ ਜੀ ਸਟੈਂਡਰਡ ਵੈਲਿਊਜ਼ ਦਾ ਬੇਟਾ ਸਿਗਮਾ ਵੀ ਗਿਵਨ ਆ, ਇਹ ਤੋਂ ਕਿਉਂ ਕੱਢ ਲਓ। ਪਹਿਲਾ ਪਾਰਟ ਨਹੀਂ ਪੁੱਛਿਆ, ਦੂਜਾ ਨੇ ਕਿਹਾ ਕਿ ਵੀ ਇੰਨਾ ਚਾਰਜ ਇਸ ਚੌਕ ਤੇ ਲੈ ਕੇ ਆਉਣ ਵਾਸਤੇ, ਕਿਉਂਕਿ ਇੱਥੇ ਪੋਜ਼ਿਟਿਵ ਚਾਰਜ ਆਇਆ, ਇਹ ਚੋਂ ਮੈਂ ਕਿੰਨੇ ਇਲੈਕਟ੍ਰੋਨ ਰਿਮੂਵ ਕੀਤੇ, ਤੇ ਇੱਕ ਵਾਰੀ ਪਹਿਲਾਂ ਕਿਉਂ ਕੱਢ ਲਓ ਪਹਿਲੇ ਪਾਰਟ ਦੇ ਲਈ, और सेकंड पार्ट में फिर q इक्वल टू q ला दोगे जी ne, है ना। एक बार q कैलकुलेट करो फिर दूसरी बार q इक्वल टू ne ला के n का फार्मूला q by e लग जाएगा। हो जो दोनों पार्ट? यस सर। Yes, sir. Yes, sir. Yes, sir. क्या किसी स्टेप का डाउट हैगा कि क्लियर है न्यूमेरिकल? Sir, second part of the story. ਸੈਕਿੰਡ ਪਾਰਟ ਤੇ ਨੇ ਕਿਹਾ ਕਿ ਵੀ ਇਹ ਚੌਕ ਦੇ ਉੱਤੇ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਪੋਜ਼ਿਟਿਵ ਚਾਰਜ ਆ, ਉਹ ਕਹਿੰਦਾ ਵੀ ਜਿਹੜਾ ਇਹਦੇ ਤੇ ਪੋਜ਼ਿਟਿਵ ਚਾਰਜ ਆਇਆ, ਆਪਾਂ ਇਹ ਸੋਚੀਏ ਕਿਸੇ ਬਾਡੀ ਤੇ ਪੋਜ਼ਿਟਿਵ ਚਾਰਜ ਆਂਦਾ ਕਦੋਂ ਆ, ਕਹਿੰਦਾ ਵੀ ਜਦੋਂ ਉਹ ਇਲੈਕਟ੍ਰੋਨ ਲੂਜ਼ ਕਰਦੀ। ਇਹਦਾ ਮਤਲਬ ਉਹਨੇ ਮੈਨੂੰ ਕੁਐਸਚਨ 'ਚ ਵਰਡ ਬੋਲੇ ਹਾਊ ਮੈਨੀ ਨੰਬਰ ਆਫ ਇਲੈਕਟ੍ਰੋਨ ਮਸਟ ਬੀ ਰਿਮੂਵਡ ਫਰੋਮ ਦਿਸ ਚੌਕ, ਠੀਕ ਹੈ, ਸੋ ਦੈਟ ਇਟ ਐਕਵਾਇਰ ਦਾ ਗਿਵਨ ਪੋਜ਼ਿਟਿਵ ਚਾਰਜ। ਇਹਦਾ ਮਤਲਬ ਤੁਸੀਂ ਕੀ ਕੱਢਣਾ, ਇਹ ਚੋਂ ਇਲੈਕਟ੍ਰੋਨ ਕਿੰਨੇ ਰਿਮੂਵ ਹੋਏ, ਤੇ ਇਲੈਕਟ੍ਰੋਨ ਕੈਲਕੂਲੇਟ ਕਰਨ ਲਈ ਆਪਣੇ ਕੋਲ q ਇਕੁਅਲ ਟੂ n ਹੁੰਦਾ। ਹਾਂਜੀ ਸਰ। q ਆਪਾਂ ਲੱਭ ਲਿਆ, ਟੋਟਲ ਕਿੰਨਾ ਚਾਰਜ ਆਇਆ ਵਾ, ਇੱਕ ਇਲੈਕਟ੍ਰੋਨ ਦਾ ਚਾਰਜ ਕਿੰਨਾ ਪਤਾ, ਤੇ ਨੰਬਰ ਆਫ ਇਲੈਕਟ੍ਰੋਨ ਨਿਕਲ ਆਣਗੇ। Okay, sir. Yes, sir. Yes, sir. Yes. ਸਟਾਰਟ ਕਰ ਰਹੇ ਹਾਂ ਇਸ ਨੂਮੈਰੀਕਲ ਨੂੰ। ਉਹਨੇ ਆਪਣੇ ਕੁਐਸਚਨ 'ਚ ਕਿਹਾ ਕਿ ਇਨ ਦਾ ਗਿਵਨ ਸਰਕਟ ਕੈਪੈਸਿਟਰ ਦੀ ਕੈਪੈਸਿਟੀ ਦੱਸ ਦਿੱਤੀ ਕਿੰਨੀ ਕਿੰਨੀ ਆ, ਤੇ ਉਹਨੇ ਕਿਹਾ ਜੀ ਕੈਲਕੂਲੇਟ ਦਾ ਚਾਰਜ ਔਨ ਈਚ ਕੈਪੈਸਿਟਰ। ਖੁਦ ਆਪਾਂ ਆਲਰੇਡੀ ਜਿਹੜੇ ਸਰਕਟ ਪੜ੍ਹੇ ਆ ਹਨਾ, ਉਹਦੇ ਵਿੱਚ ਇੱਕ ਚੀਜ਼ ਸੀਗੀ ਕਿ ਵੀ ਆਪਣੇ ਕੋਲ ਇਕੱਲੇ ਕੈਪੈਸਿਟਰ ਸੀਗੇ, ਰੈਜ਼ਿਸਟਰ ਕੋਈ ਨਹੀਂ ਆ ਰਹੀ ਸੀ। ਹੁਣ ਇਹ ਕੈਪੈਸਿਟਰ ਤੇ ਰੈਜ਼ਿਸਟਰ ਦਾ ਇੱਕ ਮਿਕਸਡ ਕੰਬੀਨੇਸ਼ਨ ਆਇਆ। ਇਹ 'ਚ ਇੱਕ ਚੀਜ਼ ਸਮਝਣ ਵਾਲੀ ਉਹ ਸਮਝਿਓ ਧਿਆਨ। ਬੱਚੇ ਜਦੋਂ ਤੁਸੀਂ ਐਸ ਸੱਚ ਕੋਈ ਕੈਪੈਸਿਟਰ ਨੂੰ ਸਰਕਟ ਚਲਾਇਆ, ਚਲੋ ਮੈਂ ਤੁਹਾਨੂੰ ਪਹਿਲਾਂ ਇੱਕ ਐਗਜ਼ਾਮਪਲ ਦਿੰਦਾ। ਆਪਣੇ ਘਰਾਂ 'ਚ ਬੈਟਰੀਜ਼ ਲੱਗੀਆਂ ਹੋਈਆਂ, ਠੀਕ ਹੈ, ਜਦੋਂ ਲਾਈਟ ਜਾਂਦੀ ਬੈਟਰੀ ਡਿਸਚਾਰਜਿੰਗ ਮੋਡ 'ਚ ਆ ਜਾਂਦੀ ਹੈ, ਮੁੜ ਕੇ ਜਦੋਂ ਲਾਈਟ ਆਉਂਦੀ ਹੈ ਬੈਟਰੀ ਚਾਰਜਿੰਗ ਮੋਡ 'ਚ ਆ ਜਾਂਦੀ। ਆਪਾਂ ਨੂੰ ਕਿੱਦਾਂ ਪਤਾ ਲੱਗਦਾ ਕਿ ਬੈਟਰੀ ਕੰਪਲੀਟ ਚਾਰਜ ਹੋ ਗਈ? ਮੇਰੀ ਆਵਾਜ਼ ਆ ਰਹੀ? Yes, sir. Yes, sir. ਜਦੋਂ ਖੁਦ ਆਪਾਂ ਕਹਿੰਦੇ ਬੈਟਰੀ ਕੰਪਲੀਟ ਚਾਰਜ ਹੋ ਗਈ ਹਨਾ, ਉੱਥੇ ਇੱਕ ਬਲਬ ਦਾ ਇੰਡੀਕੇਸ਼ਨ ਆਪਾਂ ਨੂੰ ਮਿਲ ਜਾਂਦੀ ਕਿ ਜਿੰਨਾ ਪਤਾ ਲੱਗਦਾ ਚਾਰਜ ਹੋ ਗਈ। ਅਸੀਂ ਕਹਿੰਦੇ ਸਰਕਟ ਕੱਟ ਹੋ ਗਿਆ। ਮੈਂ ਇੱਕ ਸਿਰਫ ਵਰਡ ਲੈਣਾ, ਉਹਨੂੰ ਸਮਝਣ ਦੀ ਕਰਿਓ, ਠੀਕ ਹੈ, ਉਹਦੀ ਲੋੜ ਆਪਾਂ ਪਾਣੀ ਗਰਮ ਕਰਦੇ ਹਾਂ ਗੀਜ਼ਰ ਦੇ ਅੰਦਰ, ਠੀਕ ਹੈ ਜੀ। ਅਸੀਂ ਕਹਿੰਦੇ ਜੀ ਜਦੋਂ ਤੱਕ ਗੀਜ਼ਰ ਗਰਮ ਕਰ ਰਿਹਾ ਪਾਣੀ ਨੂੰ, ਜਾਂ ਪ੍ਰੈਸ ਤੁਹਾਡੀ ਚੱਲਦੀ ਪਈ, ਜਦੋਂ ਤੱਕ ਪ੍ਰੈਸ ਚੱਲਦੀ ਪਈ, ਠੀਕ ਹੈ, ਗਰਮ ਹੁੰਦੀ ਪਈ, ਉਦੋਂ ਤੱਕ ਕੰਟੀਨਿਊ ਆ, ਕਰੰਟ ਉਹ ਲੈ ਰਿਹਾ। ਜਦੋਂ ਉਹ ਆਟੋਮੈਟਿਕਲੀ ਕੱਟ ਹੋ ਜਾਂਦੀ, ਕਿਆ ਉਸ ਮੂਵਮੈਂਟ ਤੇ ਉਹ ਕਰੰਟ ਲੈਂਦਾ? No, sir. No, sir. No, sir. No, sir. ਇਹ ਇੱਕ ਵਰਡ ਸਮਝੋ। ਇਦਾਂ ਹੀ ਜੇ ਮੰਨ ਲਓ ਮੇਰੇ ਕੋਲ ਇੱਕ ਕੈਪੈਸਿਟਰ ਹੋਵੇ, ਉਹਨੂੰ ਮੈਂ ਕਿਸੇ ਬੈਟਰੀ ਨਾਲ ਲਗਾ ਕੇ ਚਾਰਜ ਕਰਦਾ ਹਾਂ। ਕੈਪੈਸਿਟਰ ਜਦੋਂ ਤੱਕ ਕੰਪਲੀਟ ਚਾਰਜ ਨਹੀਂ ਹੋ ਜਾਂਦਾ ਹਨਾ, ਉਦੋਂ ਤੱਕ ਉਹ ਬੈਟਰੀ ਤੋਂ ਚਾਰਜ ਲਈ ਚੱਲੇਗਾ। once the capacitor become to be fully charged, ठीक है, it means no more further flow of charge across the ਕਹਿੰਦਾ ਜੀ ਕੈਪੈਸਿਟਰ। ਜਦੋਂ ਇਹ ਸਟੇਟ ਆਂਦੀ ਆ, ਇਹਨੂੰ ਕੈਪੈਸਿਟਰ ਦੀ ਸਟੈਡੀ ਸਟੇਟ ਕਿਹਾ ਜਾਂਦਾ। ਇਹਨੂੰ ਕੈਪੈਸਿਟਰ ਦੀ ਸਟੈਡੀ ਸਟੇਟ ਕਿਹਾ ਜਾਂਦਾ। ਤੇ ਬੱਚੇ ਜਦੋਂ ਵੀ ਹੁਣ ਇਹ ਲਾਈਨ ਸਮਝ ਕੇ ਰੱਖਿਓ, ਜਦੋਂ ਵੀ ਕਿਸੇ ਸਰਕਟ 'ਚ ਕੈਪੈਸਿਟਰ ਤੇ ਰੈਜ਼ਿਸਟਰ ਕੰਬਾਈਨਡ ਲੱਗੇ ਹੁੰਦੇ ਹਨਾ, ਅਸੀਂ ਉਹਨੂੰ ਬੈਟਰੀ ਨਾਲ ਅਟੈਚ ਕੀਤਾ, ਠੀਕ ਹੈ ਜੀ। ਅਸੀਂ ਇਹ ਐਸ ਸੱਚ ਸ਼ੁਰੂ 'ਚ ਹੀ ਮੰਨ ਲੈਂਦੇ ਕਿ ਕੈਪੈਸਿਟਰ ਆਪਣੀ ਸਟੈਡੀ ਸਟੇਟ ਅਚੀਵ ਕਰ ਗਿਆ, ਪਰ ਜਦੋਂ ਤੁਸੀਂ ਔਨ ਕੀਤਾ ਵਿਦ ਨੋ ਟਾਈਮ, ਅਸੀਂ ਕਹਿੰਦੇ ਕੈਪੈਸਿਟਰ ਚਾਰਜ ਹੋ ਗਿਆ। ਤੇ ਬੱਚੇ once the capacitor become to be fully charged, once the capacitor become to be fully charged, it means no more further flow of current should be there across that ਕਹਿੰਦਾ ਜੀ particular arm। ਕੀ ਗੱਲ ਸਮਝ ਲੱਗੀ ਜੋ ਮੈਂ ਬੋਲੀ? Yes, sir. Yes, sir. Sir, repeat Yes, करियो। sir. ਮੈਂ ਇਹ ਕਹਿ ਰਿਹਾ Repeat ਕਰ ਦਿਓ। ਹਾਂ ਬੇਟਾ, ਜਦੋਂ ਆਪਾਂ ਇਹ ਕਹਿ ਰਹੇ ਕਿ ਤੁਸੀਂ ਕੈਪੈਸਿਟਰ ਨੂੰ ਕਰੰਟ ਦੇਣਾ ਸ਼ੁਰੂ ਕੀਤਾ ਹਨਾ, ਹੁਣ ਤੁਸੀਂ ਇਹ ਦੇਖੋ ਇਸ ਆਰਮ 'ਚ ਕੈਪੈਸਿਟਰ ਤੇ ਰੈਜ਼ਿਸਟਰ ਲੱਗੀ, ਇਹ 'ਚ ਕੱਲੀ ਰੈਜ਼ਿਸਟਰ ਆ, ਇਹਦੇ ਵਿੱਚ ਕੈਪੈਸਿਟਰ ਤੇ ਰੈਜ਼ਿਸਟਰ। ਜਦੋਂ ਤੁਸੀਂ ਸਰਕਟ ਨੂੰ ਸਵਿਚ ਆਨ ਕੀਤਾ, ਮੰਨ ਲਓ ਇੱਥੇ ਮੇਰੀ 1 ਕੀ ਲੱਗੀ ਆ, ਜਦੋਂ ਮੈਂ 1 ਕੀ ਪ੍ਰੈਸ ਕੀਤੀ ਨਾ, ਤੇ ਵੀ ਅਸਿਊਮ ਕਿ ਕੈਪੈਸਿਟਰ ਸਟੈਡੀ ਸਟੇਟ 'ਚ ਆ ਗਿਆ।
कैपेसिटर स्टेडी स्टेट आने का मतलब है कि कैपेसिटर मेरे कंप्लीट चार्ज हो गए, इन्होंने अपनी कैपेसिटी के हिसाब नाल जिन्ना जिन्ना चार्ज स्टोर करना कर चुके। हुण जदों ये चार्ज हो गए, इस पॉइंट पे आके जिहड़ा करंट तीन पार्ट च डिवाइड हो रहा सी, ठीक है, एक इस आर्म च जाके इहनूं चार्ज कर रहा सी, एक इहनूं चार्ज कर रहा सी, एक इथों दी निकल रहा सी, ते जिद्दां ही कैपेसिटर मेरा चार्ज हो गया, स्टेडी स्टेट आ गई, इन्हां आर्म्स दे विच करंट जाना बंद हो जाता। ਇਹਦਾ मतलब बैटरी का जिन्ना करंट होएगा वो एसएच ए तो बी तक ਜਿਹੜਾ ਵਾ सिर्फ इस आर्म ਦੇ ਵਿੱਚ ਵੀ ਹੋ ਕੇ ਕਹਿੰਦਾ ਕਿ एसएच वापस मुड़ेगा। क्या आ गल समझ आई? Yes, sir. Yes, sir. ठीक है, ये बच्चे न्यूमेरिकल च यही मेन एक लाइन समझने वाले। हुण हमने अपने क्वेश्चन च की किया, कहना जी कैलकुलेट द चार्ज ऑन ईच कैपेसिटर। ਉੱਥੇ ਤੁਸੀਂ ਆ ਕੱਢਣਾ ਕਿ ਇਸ ਕੈਪੈਸਿਟਰ 'ਚ ਕਿੰਨਾ ਚਾਰਜ ਸਟੋਰ ਹੋਇਆ, ਇਸ ਕੈਪੈਸਿਟਰ ਦੇ ਵਿੱਚ ਕਿੰਨਾ ਚਾਰਜ ਸਟੋਰ ਹੋਇਆ। ਪਹਿਲਾ ਵਰਡ ਆ ਕੈਪੈਸਿਟਰ ਇੱਕੋ ਲਾਈਨ ਤੇ ਆ, ਇਹਦਾ मतलब ਸੀਰੀਜ਼ ਦੇ ਵਿੱਚ ਆ, ਤੇ ਸੀਰੀਜ਼ ਦੀ ਪ੍ਰੋਪਰਟੀ ਹੁੰਦੀ ਆ ਕਿ ਸੀਰੀਜ਼ 'ਚ ਚਾਰਜ ਸੇਮ ਰਹੇਗਾ। ਇਹਨਾਂ ਦੇ ਨਾਲ ਦੋਨਾਂ ਕੈਪੈਸਿਟਰ 'ਚ ਸੇਮ ਚਾਰਜ ਆ, ਇਹਨਾਂ ਦੇ ਵਿੱਚ ਵੀ ਸੇਮ ਚਾਰਜ ਆ। ਇੰਨੀ ਗੱਲ ਕਲੀਅਰ ਆ? Yes. Yes, sir. ਅਗਲਾ ਵਰਡ ਹੁਣ ਇਹ ਪੂਰੀ ਆਰਮ ਇਹ ਆਪਸ ਵਿੱਚ ਪੈਰਲਲ ਆ, ਕਿਉਂਕਿ ਇਸ ਪੁਆਇੰਟ ਤੇ ਆ ਕੇ ਮੇਰੇ ਕੋਲ ਕਰੰਟ ਤਿੰਨ ਪਾਰਟ 'ਚ ਡਿਵਾਈਡ ਹੋਇਆ ਸੀ, ਇਹਦਾ ਚਾਰਜ ਤਿੰਨ ਪਾਰਟ 'ਚ ਡਿਵਾਈਡ ਹੋਇਆ ਸੀ। ਇਹਦਾ ਮਤਲਬ ਇਹ ਤਿੰਨੇ ਦੇ ਤਿੰਨੇ ਪਾਰਟ ਪੈਰਲਲ 'ਚ ਆ, ਤੇ ਪੈਰਲਲ ਦੀ ਪ੍ਰੋਪਰਟੀ ਇਹ ਹੁੰਦੀ ਆ ਕਿ ਇਹ 'ਚ ਪੋਟੈਂਸ਼ੀਅਲ ਸੇਮ ਰਹੇਗਾ। ਗੱਲ ਸਮਝ ਲੱਗੀ? Yes, sir. Yes, sir. Yes, sir. पोटेंशियल डिफरेंस मेरा इस पूरे आम इनु कुछ नाम दे देंगे, जितना पोटेंशियल डिफरेंस E ते F च होएगा, जितना पोटेंशियल डिफरेंस G ते H च होएगा, तो जितना पोटेंशियल डिफरेंस A च होएगा, ये मेरा सेम है। पर मैं एक किते नहीं कह रहा ये पोटेंशियल डिफरेंस 10 वोल्ट होएगा। क्यों? इस सारे दे कॉम्बिनेशन तो बाद जदों करंट फ्लो करके H जाना ते अकॉर्डिंग टू ओम्स लॉ V equal to IR ਦੇ ਹਿਸਾਬ ਨਾਲ ਇਹ ਚ ਕੁਝ ਵੋਲਟੇਜ ਡ੍ਰੌਪ ਕਰੂਗੀ। ਹਾਂਜੀ ਸਰ। Yes. ਮਤਲਬ ਜੇ 10 ਵੋਲਟ ਦੇ ਵਿੱਚੋਂ ਮੰਨ ਲਓ 2 ਵੋਲਟ ਇੱਥੇ ਨਿਕਲ ਗਏ ਤੇ ਬਾਕੀ ਦੇ ਜਿਹੜੇ 8 ਵੋਲਟ ਬਚੇ ਨਾ ਉਹ ਤੁਹਾਡੇ A ਤੋਂ B ਦੇ ਅਕ੍ਰੋਸ ਵੋਲਟੇਜ ਹੋਏਗੀ, ਨਾ ਕਿ 10 ਦੀ 10 ਵੋਲਟ ਹੋਏਗੀ। क्या एक डिफरेंस जो ਦੱਸਦਾ ਪਿਆ ਉਹ ਸਮਝ ਆਇਆ? Yes, sir. ਚਲੋ ਸਭ ਤੋਂ ਪਹਿਲਾਂ ਜਦੋਂ ਇਹਦੇ ਕ੍ਰਾਸ ਚਾਰਜ ਕੱਢਣਾ ਨਾ ਤੇ ਪੁੱਤ ਚਾਰਜ ਕੱਢਣ ਦੀ ਫਾਰਮੂਲਾ ਆਪਣੇ ਕੋਲ ਜਿਹੜਾ ਹੈਗਾ ਉਹ ਹੈਗਾ ਕਿ V ਇਕੁਅਲ ਟੂ ਆਪਾਂ ਜੇ Q ਇਕੁਅਲ ਟੂ C ਲੈ ਕੇ ਚੱਲੀਏ ਤੇ ਮੈਨੂੰ ਇਸ ਕੈਪੈਸਿਟਰ ਦਾ C ਤੇ ਦਾ V ਚਾਹੀਦਾ, ਇਹਦਾ ਵੀ C ਤੇ ਦਾ V ਚਾਹੀਦਾ, ਤੇ ਇਹਨਾਂ ਦੋਨਾਂ ਦਾ ਇਕੱਠਾ V ਪਹਿਲਾਂ ਕੱਢ ਲਈਏ ਫਿਰ ਇੰਡੀਵਿਜੂਅਲ ਲੈ ਕੇ ਚੱਲਾਂਗੇ। ਉਹਦੇ ਵਾਸਤੇ ਪਹਿਲਾਂ ਇਹ ਫਾਈਂਡ ਆਊਟ ਕਰੋ A ਤੋਂ B ਦੇ ਵਿੱਚ ਵੋਲਟੇਜ ਕਿੰਨੀ ਆ ਰਹੀ ਹੈ, ਤੇ A ਤੋਂ B ਦੇ ਵਿੱਚ ਵੋਲਟੇਜ ਕੱਢਣ ਵਾਸਤੇ ਮੇਰੇ ਕੋਲ ਮੈਥਡ ਇਹ ਹੋਏਗਾ ਕਿ ਅਸੀਂ ਮੰਨ ਕੇ ਚੱਲਦੇ ਹਾਂ ਕਿ ਕੈਪੈਸਿਟਰ ਚਾਰਜ ਹੋ ਗਿਆ, ਠੀਕ ਹੈ, ਜਿਹਦੇ ਕਰਕੇ ਆ ਰੈਜ਼ਿਸਟਰ ਦੇ ਕ੍ਰਾਸ ਕੋਈ ਕਰੰਟ ਫਲੋ ਨਹੀਂ ਹੋ ਰਿਹਾ, ਯਾਨੀ ਆ ਵਾਲੀ 4 ਓਮ ਤੇ ਆ ਵਾਲੀ 4 ਓਮ ਇਹ ਮੇਰੀਆਂ ਇਨਇਫੈਕਟਿਵ ਹੋ ਗਈਆਂ, ਯਾਨੀ ਇੱਕ ਤਰ੍ਹਾਂ ਇਹ ਦੋਨੋਂ ਰੈਜ਼ਿਸਟਰ ਮੇਰੀਆਂ ਸਰਕਟ 'ਚ ਨਹੀਂ ਲੱਗੀਆਂ ਹੋਈਆਂ। ਇਸ ਵੇਲੇ ਜਦੋਂ ਕਰੰਟ A ਤੇ ਆਣਾ ਇਹਨੂੰ ਸਵਿਚ ਆਨ ਕਰਨ ਤੋਂ ਬਾਅਦ ਸਾਰੇ ਦਾ ਸਾਰਾ ਕਰੰਟ A ਤੋਂ B ਵੱਲ ਇਸ 4 ਓਮ ਚੋਂ ਹੋ ਕੇ ਨਿਕਲ ਜਾਣਾ, यानी इथों दी करंट जो निकल के गया इस आर्म चो करंट जो फ्लो करके I एम्पीयर गया है ना, B तो करंट जो फ्लो करके मेरा इथों दी निकल के आया, ਇਹਦਾ मतलब आ 1 ओम ते आ 4 ओम ये आपस में सीरीज च जुड़ गया। Yes, sir. Yes, sir. Yes, sir. ਉਹ ਇੱਕੋ ਲਾਈਨ ਮੇਨ ਬਣਾ ਕੇ ਸੋਚ ਲਿਓ ਤੇ ਨੂਮੈਰੀਕਲ ਆਪਾਂ ਕਰ ਲਾਂਗੇ ਕਿ ਵੀ ਆਪਣੇ ਕੋਲ ਜੇ ਕਰੰਟ ਕੱਢਣਾ, ठीक है, आपका करंट कटना, करंट का फार्मूला हो गया V by R। V मेरा 10 वोल्ट आ, V मेरा 10 वोल्ट आ ते R मेरा 4 + 1 5 ओम, यानी 10 by 5 = 2 एम्पीयर करंट आ। तो दिमाग ये लगना चाहिए कि आ 4 ते आ 4 ਅਸੀਂ ਨਹੀਂ ਗਿਣੀ, ਅਸੀਂ ਸਿਰਫ ਆ 4 ओम ਜਿਹੜੀ ਪਿਓਰ ਰੈਜ਼ਿਸਟਰ ਵਾਲੀ ਆਮ ਆ ਇਹਦੀ ਰੈਜ਼ਿਸਟੈਂਸ ਹੀ ਕੰਸੀਡਰ ਹੋਣੀ। ਕੀ ਇਹ ਗੱਲ ਕਲੀਅਰ? Yes, sir. ਨਾਓ Yes, sir. तो बीच वोल्टेज देखनी आ, ओदा सिंपल जिहा मेथड ये हैगा, इथे मैं आ 4 ओम च ओम्स लॉ लगा ला V = IR, मैंने दी वोल्टेज मिल जू। एक मेथड दूजा ये हो सकदा अपना इथे V = IR ला लो, टोटल अपने कोल SH 10 वोल्ट विचों इथे जितनी वोल्टेज गई उन्हें माइनस कर दियो, बाकी दी वोल्टेज मेरी AB दे अक्रॉस आ गई। गल समझ आई?
Yes, sir. Yes, sir. तो आप इधर लिखना है नाउ, ठीक है, वोल्टेज अक्रॉस, यस इधर लिख रहे हैं नाउ VAB लिख रहे हैं, वोल्टेज अक्रॉस AB, ਉਹਦੇ ਲਈ ਮੇਰੇ ਕੋਲ ਇੱਥੇ I into 4 ਆ ਗਿਆ, I मेरा 2 आया, यानी 2 into 4 मीन 8 वोल्ट की वोल्टेज मेरे ਕੋਲ ਹੈਗੀ ਆ ਇਸ ਆਰਮ AB ਦੇ ਅक्रॉस। ਸੋ ਰੈਜ਼ਿਸਟਰ ਦੀ ਹੈਲਪ ਨਾਲ ਆਪਾਂ ਪੋਟੈਂਸ਼ੀਅਲ ਡਿਫਰੈਂਸ ਲੱਭ ਲਿਆ। ਹੁਣ ਚੱਲੀਏ ਆਪਾਂ ਉੱਪਰਲੇ ਹਿੱਸੇ 'ਚ। ਨਾਓ E ਤੇ F ਦੇ ਅक्रॉस, E ਤੇ F ਦੇ ਅक्रॉस ਮੈਨੂੰ ਮੇਰੀ ਟੋਟਲ ਵੋਲਟੇਜ ਪਤਾ ਲੱਗ ਗਈ। ਮੇਰੇ ਦੋਨੋਂ ਕੈਪੈਸਿਟਰ ਕਿੱਦਾਂ ਜੁੜੇ? Series. Series. ਹਾਂਜੀ Series. Series. ਤੇ ਬੱਚੇ ਸੀਰੀਜ਼ ਦੇ ਵਿੱਚ ਮੈਨੂੰ ਪਤਾ ਕਿ ਚਾਰਜ ਸੇਮ ਫਲੋ ਕਰਦਾ ਹੁੰਦਾ, ਵੋਲਟੇਜ ਡਿਵਾਈਡ ਹੁੰਦੀ। ਜਦੋਂ ਵੋਲਟੇਜ ਇਹਨਾਂ ਦੋਨਾਂ 'ਚ ਡਿਵਾਈਡ ਹੋਣੀ ਆ, ਠੀਕ ਹੈ, ਇੱਥੇ ਕੋਈ ਵੋਲਟੇਜ ਨਹੀਂ ਆਣੀ, ਠੀਕ ਹੈ, ਕਿਉਂਕਿ ਇਸ ਆਰਮ ਦੇ ਵਿੱਚ ਚਾਰਜ ਨੇ, ਠੀਕ ਹੈ। ਜਦੋਂ ਆਹ ਕੈਪੈਸਿਟਰ ਮੇਰਾ ਚਾਰਜ ਕਰ ਦਿੱਤਾ ਸੀ, ਜਦੋਂ ਆਹ ਕੈਪੈਸਿਟਰ ਮੇਰੇ ਚਾਰਜ ਹੋ ਗਏ, ਹੁਣ ਇਸ ਆਰਮ 'ਚ ਕਰੰਟ ਕੋਈ ਨਹੀਂ ਆ ਰਿਹਾ, ਠੀਕ ਹੈ। ਤੇ ਇਸ ਕੈਪੈਸਿਟਰ ਦੇ ਵਿੱਚ ਪੋਟੈਂਸ਼ੀਅਲ ਦੀ ਜੇ ਮੈਂ ਵੈਲਿਊ ਕੱਢਣੀ, V ਹੁੰਦਾ Q/C, V ਹੁੰਦਾ Q/C। ਇਹਨਾਂ ਦੋਨਾਂ ਕੈਪੈਸਿਟਰ 'ਚ Q ਵੀ ਸੇਮ ਆ, ਦੋਨਾਂ ਕੈਪੈਸਿਟਰ ਦਾ C ਵੀ ਸੇਮ ਆ, ਇਸ ਲਈ ਦੋਨਾਂ 'ਚ ਵੋਲਟੇਜ ਵੀ ਸੇਮ ਹੋ। Yes. ਇਹਦਾ ਮਤਲਬ Yes. 8 ਵੋਲਟ ਆ, ਉਹ ਤਾਂ ਸਮਝਿਓ, ਮੈਂ ਸਾਰਿਆਂ ਨੂੰ ਕਹਿ ਰਿਹਾ ਧਿਆਨ ਨਾਲ ਸਮਝਿਓ ਜ਼ਰੂਰ ਬੇਟਾ। ਇਹਦਾ ਮਤਲਬ ਜਿਹੜੇ 8 ਵੋਲਟ ਹੈਗਾ, ਜਿਹੜੀ ਵੋਲਟੇਜ VEF 8 ਵੋਲਟ ਆ, ਉਹ ਇਹਨਾਂ ਦੋ ਕੈਪੈਸਿਟਰ 'ਚ ਡਿਵਾਈਡ ਹੋ ਗਈ। ਤੇ ਜਦੋਂ ਇਹ, ਕਿਉਂਕਿ ਚਾਰਜ ਸੇਮ ਨਿਕਲ ਜਾਣਾ ਸੀਰੀਜ਼ ਦੇ ਵਿੱਚ, ਤਾਂ ਵੋਲਟੇਜ ਡਿਵਾਈਡ ਹੋਣੀ। ਤੇ ਜਿਹੜੀ ਵੋਲਟੇਜ ਇਹਨਾਂ ਦੋਨਾਂ 'ਚ ਡਿਵਾਈਡ ਹੋਈ, ਕਿਉਂਕਿ ਦੋਨਾਂ ਦਾ Q ਸੇਮ ਆ, ਦੋਨਾਂ ਦਾ C ਸੇਮ ਆ, ਇਸ ਲਈ ਦੋਨਾਂ 'ਚ ਵੋਲਟੇਜ ਵੀ ਸੇਮ ਆ। ਕੀ ਆ ਗੱਲ ਸਮਝ ਆਈ? Yes, sir. Yes, sir. ਸੇਮ ਵਰਡ ਇਹਨਾਂ ਦੋ ਕੈਪੈਸਿਟਰ ਲਈ ਵੀ ਲੱਗੂਗੇ। ਇਹਦਾ ਮਤਲਬ ਜੇ ਆਪਾਂ ਇਹ ਲਿਖ ਲਈਏ ਨਾ, ਵੋਲਟੇਜ across each capacitor, ਉਹਨੂੰ V equal to Q/C ਲਿਖ ਦਿਓ। Q ਮੇਰੇ ਕੋਲ ਜਿਹੜਾ ਵਾ, ਠੀਕ ਹੈ ਜੀ, ਹਰ ਕੈਪੈਸਿਟਰ 'ਚ ਆਪਾਂ ਲੱਭਣਾ, V ਆਪਣੇ ਕੋਲ ਪਤਾ, ਠੀਕ ਹੈ, ਆਪਣੇ ਕੋਲ ਇੱਥੇ ਜਿਹਨੂੰ ਮੈਂ ਲਿਖਦਾ ਵਾਂ, V ਦੀ ਵੈਲਿਊ ਆਪਣੇ ਕੋਲ ਆ ਗਈ ਜੀ। ਇਸ ਕੈਪੈਸਿਟਰ ਦੇ ਅक्रॉस ਜੇ ਮੈਂ ਚੱਲਾਂ ਤੇ ਇਹਦਾ V ਆਪਣੇ ਕੋਲ ਆ ਗਿਆ 4, Q ਮੈਂ ਇਹਦਾ ਲੱਭਣਾ ਵਾ, C ਇਹਦਾ ਮੇਰੇ ਕੋਲ 3 ਮਾਈਕਰੋਫੈਰਡ ਹੈ। ਤੇ ਜੇ ਮੈਂ ਇਹਨੂੰ ਚਾਰਜ ਕੱਢ ਦਵਾਂ ਤੇ ਮੇਰੀ ਚਾਰਜ ਦੀ ਵੈਲਿਊ 12 ਮਾਈਕਰੋਕੂਲਮ ਆ ਜਾਏਗੀ। क्या आप क्यों क्लियर है? Yes, sir. Yes, sir. ऊपर वाले दोनों Yes, sir. थल्ले वाले दोनों कैपेसिटर च जेड़ा चार्ज होएगा वो मेरे को एस च जेड़ा वा 12 माइक्रोकूलम ईच आ जाऊ। Yes, sir. हाँ जी sir. Yes, sir. Yes. क्या ये न्यूमेरिकल क्लियर है? Yes, sir. Yes, sir. Yes, yes. नालों नाल ये सर्किट बोर्ड बना रहे हैं, ठीक है जी। एक का न्यूमेरिकल सेगा, हाँ जी। इस न्यूमेरिकल जो ने अपन ने की किया वा, कहता जी इन द गिवन सर्किट key was initially कहता जी in contact with the terminal A, यानी शुरू च आ की जड़ी आ ए A टर्मिनल ਨਾਲ ਜੋੜੀ ਹੋਈ ਆ ਇੱਕ ਵਾਰੀ, ਪਹਿਲੇ ਇਹ ਗੱਲ ਸਮਝ ਲਿਓ। ਉਸ ਤੋਂ ਬਾਅਦ कहता what amount of heat will be generated in the 500 ohm resistance, ਇਹ ਚ ਅਸੀਂ ਹੀਟ ਕੱਢਣੀ ਹੈ, ਕਿੰਨੀ ਆਏਗੀ, किस कदम, when the key K is brought in contact with the terminal B, ठीक है। ਹੁਣ ਸਮਝੋ ਮੈਂ ਇੱਕ ਵਾਰ ਸਾਰਾ ਦੱਸਦਾ। ਉਹਨੇ ਕਿਹਾ ਸ਼ੁਰੂ ਚ ਤੁਸੀਂ ਇਸ ਕੀ ਨੂੰ A ਨਾਲ ਜੋੜ ਦਿਓ। ਜਦੋਂ ਮੈਂ A ਨਾਲ ਜੋੜ ਲਿਆ ਬੇਟਾ ਤੇ ਐਸ ਚ ਇਥੋਂ ਜਿਹੜਾ ਕਰੰਟ ਵਾ ਉਹ ਫਲੋ ਕਰਕੇ ਕੈਪੈਸਿਟਰ ਨੂੰ ਚਾਰਜ ਕਰੇਗਾ, ਹੈਨਾ, ਤੇ ਇਥੋਂ ਦੀ ਫਲੋ ਕਰਕੇ ਮੇਰੇ ਕੋਲ ਵਾਪਸ ਬੈਟਰੀ ਦੇ 네ਗੇਟਿਵ ਤੇ ਆ ਗਿਆ। ਕੈਪੈਸਿਟਰ ਚਾਰਜ ਹੋ ਗਿਆ। ਹੁਣ ਜਦੋਂ ਕੈਪੈਸਿਟਰ ਚਾਰਜ ਹੋ ਗਿਆ, ਇਸ ਤੋਂ ਬਾਅਦ ਇਹਦੇ ਵਿੱਚ ਇਸ ਆਰਮ ਚ ਕਰੰਟ ਜਾਣਾ ਬੰਦ ਹੋ ਜਾਣਾ। ਕਲੀਅਰ ਹੈ ਨਹੀਂ ਗੱਲ? Yes, sir. Yes, हाँ जी sir. sir. Yes, sir.
ਉਸ ਤੋਂ ਬਾਅਦ ਉਹਨੇ ਕੀ ਕਿਹਾ ਕਿ ਹੁਣ ਤੁਸੀਂ ਕੀ ਇੱਥੋਂ ਰਿਮੂਵ ਕਰਕੇ A ਦੇ ਨਾਲੋਂ ਇਹਨੂੰ ਕੀ ਨੂੰ B ਨਾਲ ਜੋੜ ਦਿਓ। ਤੇ ਪੁੱਤ ਜਦੋਂ ਮੈਂ ਇਹਨੂੰ ਕੀ ਨੂੰ ਇੱਥੇ B ਨਾਲ ਜੋੜ ਦਾਂਗਾ ਆਹ ਸਰਕਟ ਦਾ ਥੱਲੜਾ ਹਿੱਸਾ ਟੋਟਲ ਬੰਦ ਹੋ ਜੂ, ਬੈਟਰੀ ਬਾਹਰ ਹੋ ਜੂ ਸਰਕਟ ਚੋਂ। Yes, sir. Yes, sir. ਜਦੋਂ ਕੀ ਨੂੰ ਮੈਂ ਇਸ ਪੁਆਇੰਟ ਨਾਲ ਇਦਾਂ ਜੋੜ ਦਾਂਗਾ ਹਨਾ, ਕੀ ਉੱਪਰ ਜੋੜ ਦਿੱਤੀ, ਇਹਦਾ ਮਤਲਬ ਆ ਕਿ ਬੈਟਰੀ ਦੇ ਪੋਜ਼ਿਟਿਵ ਤੋਂ ਕਰੰਟ ਤੁਰਨਾ ਹੀ ਨਹੀਂ, ਆ ਇੰਨਾ ਹਿੱਸਾ ਮੇਰਾ ਸਰਕਟ ਦਾ ਬੰਦ ਹੋ ਜੂ। Yes, sir. Yes, sir. Yes, sir. ਹਿੱਸਾ ਬੰਦ ਹੋ ਗਿਆ। ਸੋਚਿਓ ਗੱਲ ਧਿਆਨ ਨਾਲ, ਜਦੋਂ ਇੰਨਾ ਹਿੱਸਾ ਬੰਦ ਹੋ ਗਿਆ ਹਨਾ, ਕਪੈਸਿਟਰ ਸਾਡਾ ਆਲਰੇਡੀ ਕੀ ਹੋ ਚੁੱਕਾ, Charge. Charged. Charge. ਜਦੋਂ ਕਪੈਸਿਟਰ ਮੇਰਾ ਕੰਪਲੀਟ ਚਾਰਜ ਆ ਹਨਾ, ਉਹਨੇ ਕਿਹਾ ਜੀ ਦੱਸੋ ਕਿੰਨੀ ਹੀਟ ਜਨਰੇਟ ਹੋਏਗੀ ਇਸ 500 ਓਮ ਰੈਜ਼ਿਸਟਰ। ਹੁਣ ਇੱਕ ਤਰ੍ਹਾਂ ਕਪੈਸਿਟਰ ਮੇਰਾ ਬੈਟਰੀ ਦਾ ਕੰਮ ਕਰੇ, ਕਿਉਂਕਿ ਕਪੈਸਿਟਰ ਨੂੰ ਪਹਿਲਾਂ ਬੈਟਰੀ ਨਾਲ ਜੋੜਿਆ ਹੋਇਆ ਸੀ, ਉਹ ਚਾਰਜ ਹੁੰਦਾ ਗਿਆ, ਠੀਕ ਹੈ। ਉਸ ਤੋਂ ਬਾਅਦ ਆਪਾਂ ਕੀ ਕੀਤਾ, ਆਹ ਸਰਕਟ ਇੰਨਾ ਜੋੜ ਗਿਆ, ਯਾਨੀ ਆਹ ਪਲੇਟ ਮੇਰੀ ਪੋਜ਼ਿਟਿਵ ਚਾਰਜ ਆ, ਆਹ ਪਲੇਟ ਮੇਰੀ ਨੈਗੇਟਿਵ ਚਾਰਜ ਆ, ਇਹਨਾਂ ਕਪੈਸਿਟਰ 'ਚ ਚਾਰਜ ਸਟੋਰ ਆ। ਇਹਦੀ ਇੱਕ ਪਲੇਟ ਹਾਈ ਪੋਟੈਂਸ਼ੀਅਲ ਤੇ ਆ, ਇਹਦੀ ਇੱਕ ਪਲੇਟ ਲੋ ਪੋਟੈਂਸ਼ੀਅਲ ਤੇ ਆ, ਤੇ ਕਰ ਚਾਰਜ ਆਟੋਮੈਟਿਕਲੀ ਫਲੋ ਫਰਮ ਹਾਈ ਪੋਟੈਂਸ਼ੀਅਲ ਪਲੇਟ ਟੂ ਲੋ ਪੋਟੈਂਸ਼ੀਅਲ ਪਲੇਟ। ਕੀ ਆ ਗੱਲ ਸਮਝ ਆਈ? Yes, sir. Yes, sir. ਇਹ ਹੋਇਆ ਇਸ ਪਲੇਟ ਤੋਂ ਚਾਰਜ ਫਲੋ ਕਰਕੇ ਇੱਥੋਂ ਦੀ ਹੋ ਕੇ K ਤੋਂ ਹੋ ਕੇ B ਤੋਂ ਹੋ ਕੇ ਇੰਨਾ ਫਲੋ ਕਰਨਾ ਸ਼ੁਰੂ ਹੋ ਜੂ। Yes, sir. Yes, sir. ਹਾਂਜੀ sir. ਹਾਂਜੀ ਬੱਚੇ, ਕਲੀਅਰ ਹੈ ਨੀ ਗੱਲ? Yes, sir. Yes, sir. ਉਹਨੇ ਆਪਣੇ ਕੋਲ ਇਹ ਪੁੱਛਿਆ ਫਿਰ ਕਿ ਦੱਸੋ ਜੀ ਕਿੰਨੀ ਹੀਟ ਉਦੋਂ 500 ਓਮ ਚ ਆਏਗੀ। ਤੇ ਬੇਟਾ ਆਪਾਂ ਪਹਿਲਾਂ ਇਹ ਕਰੀਏ, ਆਪਾਂ ਇਹ ਚੈੱਕ ਕਰੀਏ ਸਾਡੇ ਕਪੈਸਿਟਰ ਦੇ ਵਿੱਚ એનર્ਜੀ ਸਟੋਰ ਕਿੰਨੀ ਹੋਈ ਆ। ਜਦੋਂ ਕਪੈਸਿਟਰ ਚਾਰਜ ਹੋਇਆ ਤੇ ਇਹ ਚ એનર્ਜੀ ਕਿੰਨੀ ਆ, ਇਹਦਾ C ਮੈਨੂੰ ਦਿੱਤਾ ਹੋਇਆ। ਤੇ ਜਦੋਂ ਅਸੀਂ ਐਸਐਚ ਆ ਕੀ ਜਿਹੜੀ ਇੱਥੇ ਨਾ ਲਗਾ ਕੇ ਕੀ ਨੂੰ A ਨਾਲ ਜੋੜਿਆ ਸੀ, ਯਾਨੀ ਆ ਆਰਮ ਨਾਲ ਆਵਾਂ ਹਨਾ, ਤੇ ਇਹਨੂੰ ਇੱਧਰ ਜੋੜ ਦਵਾਂ, ਯਾਨੀ ਆ ਚੀਜ਼ ਨੂੰ ਇੱਧਰ ਜੋੜਿਆ ਹੁੰਦਾ, ਤੇ ਇਸ ਵੇਲੇ ਬੈਟਰੀ ਦੇ ਪੋਜ਼ਿਟਿਵ ਤੋਂ ਜਿੰਨਾ ਚਾਰਜ ਆ ਉਹ ਇਹਨੂੰ ਚਾਰਜ ਕਰਕੇ, ਠੀਕ ਹੈ ਜੀ, એનર્ਜੀ ਜਿਹੜੀ ਆ ਕਪੈਸਿਟਰ 'ਚ ਸਟੋਰ ਕਰੂ। ਤੇ ਮੇਰੇ ਕੋਲ ਕਪੈਸਿਟਰ ਦਾ C ਵੀ ਆ, ਮੇਰੇ ਕੋਲ ਕਪੈਸਿਟਰ ਦਾ V ਵੀ ਆ, ਤੇ ਇਹਦਾ ਮਤਲਬ ਕਪੈਸਿਟਰ ਦੇ ਕ੍ਰਾਸ એનર્ਜੀ ਕਿੰਨੀ ਸਟੋਰ ਹੋਈ ਉਹ ਕੈਲਕੂਲੇਟ ਹੋ ਜੂ। ਹਾਂਜੀ sir. Yes, sir. એનર્ਜੀ ਸਟੋਰਡ ਇਨ ਕਪੈਸਿਟਰ, एनर्जी stored in capacitor, ਤੇ ਉਸ એનર્ਜੀ ਦੀ ਵੈਲਿਊ ਆ ਗਈ ਹਾਫ CV ਸਕੁਅਰ। ਇਸ ਹਾਫ CV ਸਕੁਅਰ ਦੇ ਨਾਲ ਕਪੈਸਿਟਰ ਦੀ ਆਪਣੇ ਕੋਲ એનર્ਜੀ ਆ ਜਾਏਗੀ, ਉਹਦੇ ਚ ਆਪਣੇ ਕੋਲ ਹਾਫ C ਦੀ ਵੈਲਿਊ 500 into 10 raised to power -6 into ਇਹਦਾ ਸਕੁਅਰ ਕਰਾ 4 into 10 raised to power 4। ਆ ਸੋਲਵ ਕਰਕੇ ਮੇਰੇ ਕੋਲ ਕਪੈਸਿਟਰ ਦੀ એનર્ਜੀ ਆ ਗਈ। क्या इतनी गल क्लियर आ? Yes, sir. Yes, sir. Yes, sir. मैं बुक से सीधी वैल्यू ले रहा, ये वैल्यू ओदी बनी है 10 जूल। ये तो इस कैपेसिटर च 10 जूल एनर्जी स्टोर है। ते पुੱਤ ਜਦੋਂ कैपेसिटर ने डिस्चार्ज होना शुरू होना है ना, हुन आपां आ की ला ਦਿੱਤੀ ਤੇ ਕੀ ਆਪਾਂ ਜਿਹੜੀ ਇੱਧਰ ਜੋੜ ਦਿੱਤੀ। ਪਹਿਲੋਂ कैपेसिटर ਚਾਰਜ ਹੋਇਆ, ਹੁਣ कैपेसिटर डिस्चार्ज ਹੋਣ ਲੱਗਿਆ, ਤੇ ਜਦੋਂ ਕਪੈਸਿਟਰ ਡਿਸਚਾਰਜ ਹੋਣਾ ਸ਼ੁਰੂ ਹੋਇਆ ਮੇਰੇ ਇੰਨੇ ਸਰਕਟ ਦੇ ਅੰਦਰ ਉਦੋਂ ਕਰੰਟ ਫਲੋ ਕਰਨਾ ਸ਼ੁਰੂ ਹੋ ਜੂ। Yes, sir. Yes, sir. ਇੱਕੋ ਚੀਜ਼ ਸਮਝੋ, ਜਦੋਂ ਕਪੈਸਿਟਰ ਨੇ ਡਿਸਚਾਰਜ ਹੋ ਕੇ ਕਰੰਟ ਦੇਣਾ ਵਾ ਸਰਕਟ ਦੇ ਅੰਦਰ ਨਾ, ਤੇ ਆ 500 ਤੇ ਆ 330 ਓਮ ਜਿਹੜੀ ਆ ਇਹ ਦੋਨਾਂ ਦੇ ਵਿੱਚ ਸੇਮ ਕਰੰਟ ਨਿਕਲ ਕੇ ਜਾਊ। Yes. ਠੀਕ ਹੈ, ਇਹਦਾ ਮਤਲਬ ਜਦੋਂ ਮੈਂ ਇਹ ਕਹਾਂ, ਜੇ ਮੈਂ ਇਹ ਕਹਾਂ ਕਪੈਸਿਟਰ ਕੋਲ ਜਿੰਨੀ એનર્ਜੀ ਆ ਸਾਰੀ ਨਿਕਲ ਗਈ, ਤੇ ਇਹਦਾ ਮਤਲਬ ਇਹਦੀ એનર્ਜੀ ਇਹਨਾਂ ਦੋ ਰੈਜ਼ਿਸਟਰ ਦੇ ਵਿੱਚ ਆਪਾਂ 10th ਵਿੱਚ ਪੜਿਆ ਸੀ ਜਾਊਲਸ ਆਫ ਹੀਟਿੰਗ ਇਫੈਕਟ H = I square RT। ਇਹਦਾ ਮਤਲਬ ਜਦੋਂ ਇਸ R ਵਾਲੀ ਰੈਜ਼ਿਸਟਰ ਦੇ ਵਿੱਚ ਕੁਝ ਟਾਈਮ ਵਾਸਤੇ ਕਰੰਟ ਨਿਕਲਦਾ ਪਿਆ ਤੇ ਇਹ ਚ ਹੀਟ એનર્ਜੀ ਜਨਰੇਟ ਹੋਏਗੀ। Yes sir. ਤੇ ਸਾਡਾ ਮੈਥਡ ਇੱਥੇ ਲੱਗਦਾ, ਜਦੋਂ ਕਪੈਸਿਟਰ ਖਾਲੀ ਹੋ ਗਿਆ ਸਾਰੀ એનર્ਜੀ ਇਹਦੀ 10 ਦੀ 10 ਜੂਲ ਮੁੱਕ ਗਈ, ਤੇ ਉਹ 10 ਦੀ 10 ਜੂਲ એનર્ਜੀ ਇਹਨਾਂ ਦੋਨਾਂ ਚ ਹੀਟ એનર્ਜੀ ਬਣ ਕੇ ਸਟੋਰ ਹੋਈ ਹੈ, ਯਾਨੀ ਇਹਨਾਂ ਦੋਨਾਂ ਚੋਂ ਹੀਟ એનર્ਜੀ ਬਣ ਕੇ ਆਈ। ਮੈਨੂੰ ਉਹਨੇ ਪੁੱਛਿਆ 500 ਵਾਲੀ ਰੈਜ਼ਿਸਟਰ ਚ ਕਿੰਨੀ ਹੈ, ਤੇ ਬੇਟਾ ਜੇ ਮੈਂ ਇਹ ਕਹਾਂ 10 ਜੂਲ એનર્ਜੀ, ਠੀਕ ਹੈ ਜੀ, ਮੇਰੇ ਕੋਲ 880 ਓਮ ਹੋ ਗਏ, ਕਿਉਂਕਿ ਦੋਨੋਂ ਸੀਰੀਜ਼ ਚ ਜੁੜੀਆਂ
ਦੋਨਾਂ ਚ ਸੇਮ ਕਰੰਟ ਨਿਕਲਦਾ ਪਿਆ, ਇਸ ਲਈ ਦੋਨੋਂ ਸੀਰੀਜ਼ ਚ, ਇਸ ਲਈ ਅਸੀਂ ਇਹ ਵਰਡ ਯੂਜ਼ ਕਰਾਂਗੇ ਕਿ ਇਹਨਾਂ ਤੋਂ ਦੋਨਾਂ ਦੀ ਮਿਲਾ ਕੇ ਜਿਹੜੀ ਰੈਜ਼ਿਸਟੈਂਸ ਆ ਸੀਰੀਜ਼ ਚ ਉਹ 880 ਓਮ ਆ, ਤੇ ਇਦਾਂ ਲਿਖ ਦਵਾ 880 ਓਮ ਰੈਜ਼ਿਸਟੈਂਸ ਹੋਵੇ, ਠੀਕ ਹੈ, ਤੇ ਇਹਦੇ ਵਿੱਚ ਹੀਟ એનર્ਜੀ 10 ਜਾਊਗਾ, ਠੀਕ ਹੈ ਜੀ। ਤੇ ਜੇ 500 ਓਮ ਦੀ ਰੈਜ਼ਿਸਟੈਂਸ ਹੋਵੇ ਤੇ ਇਹ ਚ ਹੀਟ એનર્ਜੀ ਕਿੰਨੀ 10 500 ਓਵਰ 880, हाँ सॉल्व कर रहा हूं, ये मेरी एनर्जी आ जाओ। Yes, sir. क्या इन्हीं चीज समझ लग रही जो दसदा पे? Yes, sir. Yes, sir. ओए सारे नु क्लियर है? Yes, sir. Yes, sir. Yes, sir.